ਸਤਿ ਸ੍ਰੀ ਅਕਾਲ ਬੱਚਿਓ। ਜਮਾਤ 10ਵੀਂ ਅੱਜ ਅਸੀਂ ਕਿਤਾਬ ਸਾਹਿਤਿਕ ਰੰਗ ਪਾਠ ਪਹਿਲਾ ਮੈਂ ਕਿਸੇ ਤੋਂ ਘੱਟ ਨਹੀਂ ਪੜ੍ਹਨ ਜਾ ਰਹੇ ਹਾਂ। ਇਸ ਪਾਠ ਦਾ ਲੇਖਕ ਦਾ ਨਾਮ ਹੈ ਡਾਕਟਰ ਦਰਸ਼ਨ ਸਿੰਘ ਆਸਟ। ਔਰ ਦਰਸ਼ਨ ਸਿੰਘ ਆਸਟ ਦੀ ਲਿਖੀ ਹੋਈ ਇੱਕ ਬਹੁਤ ਹੀ ਵਧੀਆ ਕਹਾਣੀ ਹੈ ਜਿਹੜੀ ਕਿ ਬੱਚਿਆਂ ਨੂੰ ਇੱਕ ਨਵੀਂ ਪ੍ਰੇਰਨਾ ਦੇ ਸਕਦੀ ਹੈ। ਇਸ ਵਿੱਚ ਲੇਖਕ ਨੇ ਦੱਸਣਾ ਚਾਹਿਆ ਕਿ ਦੁਨੀਆ ਦੇ ਵਿੱਚ ਕੋਈ ਵੀ ਵਿਅਕਤੀ ਕਿਸੇ ਦੂਜੇ ਨਾਲੋਂ ਘੱਟ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਨੇ ਸਾਨੂੰ ਸਭ ਨੂੰ ਇੱਕ ਵਧੀਆ ਸਰੀਰ ਦਿੱਤਾ ਹੈ। 2 ਲੱਤਾਂ, 2 ਬਾਹਾਂ, 2 ਅੱਖਾਂ, ਨੱਕ, ਸਭ ਕੁਝ ਠੀਕ ਠਾਕ ਹੋਣ 'ਤੇ ਵੀ ਜੇਕਰ ਵਿਅਕਤੀ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਸਮਝੇ ਤਾਂ ਉਹਦੀ ਗਲਤੀ ਹੈ। ਕਿਉਂਕਿ ਦੁਨੀਆ ਦੇ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਕਿ ਕਿਸੇ ਕਾਰਨ ਕਿਸੇ ਵਜ੍ਹਾ ਦੇ ਨਾਲ ਉਹਨਾਂ ਦਾ ਪੂਰਾ ਸਰੀਰ ਵੀ ਜਿਹੜਾ ਹੈ ਠੀਕ ਨਹੀਂ ਹੁੰਦਾ। ਜਿਵੇਂ ਕਿ ਕਿਸੇ ਨੂੰ ਪੋਲੀਓ ਦੀ ਬਿਮਾਰੀ ਹੁੰਦੀ ਹੈ। ਪੋਲੀਓ ਕਿਸੇ ਨੂੰ ਲੱਤਾਂ ਦੇ ਵਿੱਚ ਕਿਸੇ ਦੀ ਲੱਤ ਹੁੰਦੀ ਨਹੀਂ, ਕਿਸੇ ਦੀ ਕੋਈ ਬਾਂਹ ਨਹੀਂ ਹੁੰਦੀ, ਜਾਂ ਕੋਈ ਹੋਰ ਮੁਸ਼ਕਿਲ ਦੇ ਵਿੱਚ ਹੋਣ ਦੇ ਕਾਰਨ ਵੀ ਉਹ ਵਿਅਕਤੀ ਜਿਹੜੇ ਆ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਦੇ। ਕੁਝ ਅਜਿਹਾ ਕਰਕੇ ਦਿਖਾਉਂਦੇ ਆ ਜਿਹੜਾ ਕਿ ਇੱਕ ਠੀਕ ਠਾਕ ਬੰਦਾ ਵੀ ਕਰਕੇ ਨਹੀਂ ਦਿਖਾ ਸਕਦਾ। ਸੋ ਬੱਚਿਓ, ਇਸ ਪਾਠ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹਾਂਗੀ ਕਿ ਕੋਈ ਵੀ ਇਨਸਾਨ ਕਦੇ ਵੀ ਕਿਸੇ ਤੋਂ ਘੱਟ ਨਹੀਂ ਹੁੰਦਾ ਔਰ ਨਾ ਹੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਸਮਝਣਾ ਚਾਹੀਦਾ ਹੈ। ਮਨੁੱਖ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਔਰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਕੇ ਦਿਖਾਉਣਾ ਚਾਹੀਦਾ ਤਾਂ ਜੋ ਦੁਨੀਆ ਉਸ ਬੰਦੇ ਦੀ ਮਹਾਨਤਾ ਨੂੰ ਜਾਣ ਸਕੇ। ਸਾਡਾ ਜ਼ਿੰਦਗੀ ਦੇ ਵਿੱਚ ਆਉਣ ਦਾ ਮਕਸਦ ਇਹੋ ਹੀ ਹੈ ਕਿ ਦੁਨੀਆ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਆਪਣਾ ਇੱਕ ਨਾਮ ਬਣਾਈਏ, ਅਸੀਂ ਕੁਝ ਐਸਾ ਕਰਕੇ ਦਿਖਾਈਏ ਜਿਹੜਾ ਕੋਈ ਹੋਰ ਨਹੀਂ ਕਰ ਸਕਦਾ ਹੋਵੇ। ਅਤੇ ਇਸ ਪਾਠ ਦੇ ਵਿੱਚ ਰਜਨੀ ਨਾਮ ਦੀ ਇੱਕ ਕੁੜੀ ਹੈ ਜਿਹੜੀ ਕਿ ਪੋਲੀਓ ਦੀ ਸ਼ਿਕਾਰ ਹੈ। ਪੋਲੀਓ ਦੇ ਕਾਰਨ ਉਹਦੀਆਂ ਦੋਵੇਂ ਲੱਤਾਂ ਨਕਾਰਾ ਹੋ ਚੁੱਕੀਆਂ ਹਨ, ਪਰ ਫਿਰ ਵੀ ਉਹ ਕਿਸੇ ਤੋਂ ਘੱਟ ਨਹੀਂ ਹੈ। ਫਿਰ ਵੀ ਉਹ ਅਜਿਹੇ ਕਾਰਨਾਮੇ ਕਰਕੇ ਦਿਖਾਉਂਦੀ ਹੈ ਜਿਹੜਾ ਕਿ ਕੋਈ ਹੋਰ ਕਰ ਨਹੀਂ ਸਕਦਾ। ਹਰ ਸਾਲ ਉਹ ਕਲਾਸ ਦੇ ਵਿੱਚ ਫਸਟ ਵੀ ਆਉਂਦੀ ਹੈ, ਕਦੇ ਉਹ ਸਕੂਲ ਤੋਂ ਗੈਰ ਹਾਜ਼ਰ ਨਹੀਂ ਰਹਿੰਦੀ। ਔਰ ਇਸ ਕਹਾਣੀ ਦੇ ਵਿੱਚ ਉਹਨੇ ਮਤਲਬ ਇੱਕ ਜਮਾਤ ਦੇ ਵਿੱਚ ਦਾਖਲ ਹੋਏ ਸੱਪ ਨੂੰ ਵੀ ਬੜੀ ਬਹਾਦਰੀ ਦੇ ਨਾਲ ਫੜ ਕੇ ਦਿਖਾਇਆ, ਜਿਹੜੇ ਕਿ ਬਾਕੀ ਹੋਰ ਬੱਚੇ ਅਤੇ ਅਧਿਆਪਕ ਵੀ ਇਹ ਕੰਮ ਨਹੀਂ ਕਰ ਸਕੇ। ਤਾਂ ਬੱਚਿਓ, ਅਸੀਂ ਇਸ ਕਹਾਣੀ ਨੂੰ ਪੜ੍ਹਨ ਜਾ ਰਹੇ ਹਾਂ। ਰਜਨੀ ਦੀ ਉਮਰ ਹੋਵੇਗੀ ਕੋਈ 11-12 ਸਾਲ। ਪੋਲੀਓ ਦੀ ਬਿਮਾਰੀ ਕਰਕੇ ਉਸਦੀਆਂ ਦੋਵੇਂ ਲੱਤਾਂ ਨਕਾਰਾ ਹੋ ਚੁੱਕੀਆਂ ਸਨ, ਪਰ ਉਸ ਵਿੱਚ ਅੱਗੇ ਵਧਣ ਦਾ ਜਜ਼ਬਾ ਅਤੇ ਉਤਸ਼ਾਹ ਸੀ। ਕੁਝ ਖੇਡ ਮੁਕਾਬਲਿਆਂ ਵਿੱਚ ਉਸਨੇ ਇਨਾਮ ਜਿੱਤੇ ਸਨ। ਰਜਨੀ ਦੀ ਖਾਸੀਅਤ ਇਹ ਸੀ ਕਿ ਉਹ ਸਕੂਲੋਂ ਕਦੇ ਵੀ ਗੈਰ ਹਾਜ਼ਰ ਨਹੀਂ ਰਹਿੰਦੀ ਸੀ। ਉਹ ਆਪਣੇ ਪਿੰਡੋਂ ਟਰਾਈਸਾਈਕਲ 'ਤੇ 3 ਕਿਲੋਮੀਟਰ ਦੀ ਦੂਰ ਸ਼ਹਿਰ ਦੇ ਸਕੂਲ ਵਿੱਚ ਪੜ੍ਹਨ ਲਈ ਆਉਂਦੀ ਸੀ। ਕਈ ਵਾਰ ਉਹ ਖਰਾਬ ਮੌਸਮ ਹੋਣ ਕਰਕੇ ਉਸਦੀ ਜਿਹੜੀ ਮੰਮੀ ਹੈ ਸਕੂਲ ਤੋਂ ਛੁੱਟੀ ਕਰਨ ਲਈ ਉਸਨੂੰ ਕਹਿ ਦਿੰਦੀ, ਪਰ ਰਜਨੀ ਅੱਗੋਂ ਆਖਦੀ, ਮੰਮੀ, ਖਰਾਬ ਮੌਸਮ ਦੀ ਮੈਨੂੰ ਕੋਈ ਪਰਵਾਹ ਨਹੀਂ। ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਸਾਡੇ ਸਕੂਲ ਵਿੱਚ ਸਾਲਾਨਾ ਸਮਾਗਮ ਵਿੱਚ ਹਰੇਕ ਜਮਾਤ ਦੇ ਵਿਦਿਆਰਥੀ ਨੂੰ ਇਨਾਮ ਦਿੱਤਾ ਜਾਂਦਾ ਹੈ, ਜਿਸ ਦੀ ਹਾਜ਼ਰੀ ਸਾਰੇ ਸਾਲ ਵਿੱਚ ਦੂਜਿਆਂ ਦੇ ਨਾਲੋਂ ਵੱਧ ਹੁੰਦੀ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰੀ ਹਾਜ਼ਰੀ ਕਿਸੇ ਹੋਰ ਨਾਲੋਂ ਘੱਟ ਹੋਵੇ, ਇਸ ਲਈ ਮੈਂ ਸਕੂਲ ਜਾਵਾਂਗੀ। ਥੋੜ੍ਹਾ ਬਹੁਤ ਖਰਾਬ ਮੌਸਮ ਮੇਰਾ ਰਾਹ ਨਹੀਂ ਰੋਕ ਸਕਦਾ। ਇਹ ਸੁਣ ਕੇ ਰਜਨੀ ਦੇ ਪਾਪਾ ਕਹਿੰਦੇ, ਰਜਨੀ ਠੀਕ ਹੀ ਤਾਂ ਕਹਿੰਦੀ ਏ। ਅੱਗੋਂ ਰਜਨੀ ਮੁਸਕਰਾ ਪੈਂਦੀ ਅਤੇ ਅਲਵਿਦਾ ਆਖ ਕੇ ਟਰਾਈਸਾਈਕਲ 'ਤੇ ਸਕੂਲ ਜਾਣ ਲਈ ਰਵਾਨਾ ਹੋ ਜਾਂਦੀ। ਮੀਂਹ ਪੈਣ ਕਾਰਨ ਸਕੂਲ ਦੇ ਆਸ-ਪਾਸ ਘਾਹ ਕਾਫੀ ਵੱਡਾ ਹੋ ਚੁੱਕਾ ਸੀ। ਸਕੂਲ ਦਾ ਮਾਲੀ ਮੋਹਨ ਕਈ ਦਿਨਾਂ ਤੋਂ ਬਿਮਾਰ ਸੀ, ਇਸ ਕਰਕੇ ਸਕੂਲ ਵਿੱਚ ਘਾਹ ਕੱਟਣ ਦਾ ਬੰਦੋਬਸਤ ਨਹੀਂ ਹੋ ਸਕਿਆ ਸੀ। ਰਜਨੀ ਦੀ ਜਮਾਤ ਦੇ ਕਮਰੇ ਦੇ ਪਿਛਲੇ ਪਾਸੇ ਕਾਫੀ ਘਾਹ ਹੋ ਗਿਆ ਸੀ। ਕਈ ਵਾਰੀ ਰਜਨੀ ਦੇ ਇੰਚਾਰਜ ਅਧਿਆਪਕ ਸ਼੍ਰੀ ਮੋਹਨ ਲਾਲ ਜੀ ਆਖ ਚੁੱਕੇ ਸਨ ਕਿ ਵੱਡਾ ਹੋ ਚੁੱਕਿਆ ਘਾਹ ਕਟਵਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਵਿੱਚ ਕੋਈ ਜ਼ਹਿਰੀਲਾ ਜੀਵ ਵੀ ਤਾਂ ਹੋ ਸਕਦਾ ਹੈ। ਅਤੇ ਉਹੀ ਹੋਇਆ ਜਿਸ ਦਾ ਮੋਹਨ ਲਾਲ ਨੂੰ ਡਰ ਸੀ। ਇੱਕ ਦਿਨ ਦੀ ਗੱਲ ਹੈ, ਰਜਨੀ ਦੀ ਜਮਾਤ ਦੇ ਸਾਰੇ ਵਿਦਿਆਰਥੀ ਮੈਦਾਨ ਵਿੱਚ ਬੈਠੇ ਹੋਏ ਖੇਡ ਰਹੇ ਸਨ। ਹਿੰਦੀ ਦੇ ਪੀਰੀਅਡ ਦੀ ਘੰਟੀ ਵੱਜੀ ਤਾਂ ਸਾਰੇ ਆਪਣੇ ਕਮਰੇ ਵੱਲ ਦੌੜੇ ਅਤੇ ਆਪਣੇ ਕਮਰੇ ਵਿੱਚੋਂ ਆ ਕੇ ਬਹਿਣ ਲੱਗੇ। ਅਧਿਆਪਕ ਜੀ ਦੀ ਉਡੀਕ ਹੋਣ ਲੱਗੀ। ਚਾਣਚੱਕ ਹੀ ਜਮਾਤ ਵਿੱਚ ਪਿੱਛੇ ਬੈਠੇ ਰਾਹੁਲ ਦੀ ਨਜ਼ਰ ਆਪਣੇ ਬੈਂਚ ਦੀ ਇੱਕ ਲੱਤ ਨਾਲ ਲਿਪਟੇ ਸੱਪ ਦੇ ਉੱਤੇ ਪਈ ਤਾਂ ਉਹ ਇੱਕਦਮ ਘਬਰਾ ਗਿਆ। ਉਸਨੇ ਰੌਲਾ ਪਾ ਦਿੱਤਾ, ਸੱਪ। ਪਲਾਂ ਛਿਨਾਂ ਵਿੱਚ ਹੀ ਜਮਾਤ ਵਿੱਚ ਹਾਹਾਕਾਰ ਮਚ ਗਈ। ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹੋਏ ਕਮਰੇ ਤੋਂ ਬਾਹਰ ਭੱਜਣ ਲੱਗੇ। ਉਹ ਸੱਪ ਦੇ ਕਮਰੇ ਦੇ ਬਾਹਰ ਉੱਗੇ ਵੱਡੇ ਘਾਹ ਦੇ ਵਿੱਚੋਂ ਕੰਧ ਦੇ ਉੱਤੇ ਚੜ੍ਹਦਾ ਹੋਇਆ ਜਮਾਤ ਦੇ ਵਿੱਚ ਆ ਗਿਆ ਸੀ। ਰਜਨੀ ਜਮਾਤ ਦੇ ਵਿਚਕਾਰ ਆਪਣੀ ਸਹੇਲੀ ਪੂਜਾ ਦੇ ਨਾਲ ਬੈਠੀ ਹੋਈ ਸੀ। ਪੂਜਾ ਨੇ ਉਸ ਨੂੰ ਫਟਾਫਟ ਬਾਹਰ ਨਿਕਲਣ ਲਈ ਆਖਿਆ, ਪਰ ਇੱਕਦਮ ਬਾਹਰ ਨਿਕਲਣਾ ਰਜਨੀ ਲਈ ਬਹੁਤ ਔਖਾ ਸੀ, ਕਿਉਂਕਿ ਉਹ ਪੋਲੀਓ ਦੀ ਸ਼ਿਕਾਰ ਸੀ। ਦੋਵੇਂ ਲੱਤਾਂ ਉਹਦੀਆਂ ਨਕਾਰਾ ਸਨ। ਰਜਨੀ ਨੇ ਵੇਖਿਆ ਸੱਪ 3 ਫੁੱਟ ਤੋਂ ਵੀ ਵੱਧ
ਵੱਡਾ ਸੀ। ਵਿਦਿਆਰਥੀਆਂ ਦੀ ਹਾਲ ਦੁਹਾਈ ਦੇ ਨਾਲ ਸੱਪ ਵੀ ਘਬਰਾ ਗਿਆ। ਕਮਰੇ ਦਾ ਫਰਸ਼ ਪੱਕਾ ਸੀ, ਇਸ ਲਈ ਸੱਪ ਆਪਣੇ ਛੁਪਣ ਲਈ ਕੋਈ ਖੁੱਡ ਵਗੈਰਾ ਲੱਭਣ ਲਈ ਇੱਧਰ ਉੱਧਰ ਦੌੜਨ ਲੱਗਾ। ਰਜਨੀ ਨੇ ਫੌਰਨ ਦਿਮਾਗ ਤੋਂ ਕੰਮ ਲਿਆ। ਉਸਨੇ ਆਪਣਾ ਤੇ ਪੂਜਾ ਦਾ ਬੈਗ ਉਲਟਾ ਕਰਕੇ ਸੁੱਟ ਦਿੱਤਾ। ਦੋਵੇਂ ਬੈਗ ਖਾਲੀ ਕਰਕੇ ਥੋੜ੍ਹੇ ਥੋੜ੍ਹੇ ਅੰਤਰ ਦੇ ਨਾਲ ਆਪਣੇ ਨੇੜੇ ਹੀ ਫਰਸ਼ 'ਤੇ ਸੁੱਟ ਦਿੱਤੇ। ਰਜਨੀ ਨੇ ਜਿਹੜੀ ਵਿਉਂਤ ਸੀ ਉਹ ਕੰਮ ਕਰ ਗਈ। ਜਿਉਂ ਹੀ ਸੱਪ ਫਰਸ਼ 'ਤੇ ਪਏ ਇੱਕ ਖਾਲੀ ਬੈਗ ਵਿੱਚ ਜਾ ਵੜਿਆ ਤਾਂ ਰਜਨੀ ਨੇ ਫੁਰਤੀ ਦੇ ਨਾਲ ਬੈਗ ਦਾ ਮੂੰਹ ਜਿਹੜਾ ਉੱਪਰੋਂ ਬੰਦ ਕਰ ਦਿੱਤਾ। ਸੱਪ ਦੀ ਪੂੰਛ ਬੈਗ ਤੋਂ ਥੋੜ੍ਹੀ ਜਿਹੀ ਬਾਹਰ ਹੀ ਵਿਖਾਈ ਦੇ ਰਹੀ ਸੀ। ਰਜਨੀ ਬੈਗ ਛੱਡ ਕੇ ਬਾਹਰ ਦੌੜਾ। ਤੈਨੂੰ ਇਹ ਡੰਗ ਲਵੇਗਾ। ਸਾਰੇ ਬੱਚੇ ਜਿਹੜੇ ਰਜਨੀ ਨੂੰ ਜ਼ੋਰ ਜ਼ੋਰ ਦੀਆਂ ਆਵਾਜ਼ਾਂ ਮਾਰਨ ਲੱਗੇ, ਚੀਂਕਾਂ ਮਾਰਨ ਲੱਗੇ, ਪਰ ਰਜਨੀ ਨੇ ਬੈਗ ਦਾ ਮੂੰਹ ਜਿਹੜਾ ਹੈ ਘੁੱਟ ਕੇ ਬੰਦ ਕਰ ਦਿੱਤਾ। ਤਦ ਤੱਕ ਸਕੂਲ ਦਾ ਸੇਵਾਦਾਰ ਪ੍ਰਾਣਨਾਥ ਹੱਥ ਵਿੱਚ ਸੋਟੀ ਫੜੀ ਕਮਰੇ ਵਿੱਚ ਆਇਆ। ਉਸਨੇ ਰਜਨੀ ਨੂੰ ਅਜਿਹੀ ਹਾਲਤ ਵਿੱਚ ਵੇਖਿਆ ਤਾਂ ਉਹ ਦੰਗ ਹੀ ਰਹਿ ਗਿਆ। ਅੰਕਲ ਜੀ, ਸੱਪ ਹੁਣ ਇਸ ਬੈਗ ਤੋਂ ਬਾਹਰ ਨਹੀਂ ਨਿਕਲ ਸਕਦਾ ਕਿਉਂਕਿ ਮੈਂ ਬੜੀ ਮਜ਼ਬੂਤੀ ਦੇ ਨਾਲ ਬੈਗ ਨੂੰ ਘੁੱਟ ਕੇ ਮੂੰਹ ਉਹਦਾ ਬੰਦ ਕਰ ਦਿੱਤਾ ਹੈ। ਰਜਨੀ ਨੇ ਉੱਤਰ ਦਿੱਤਾ। ਸੱਪ ਬੈਗ ਵਿੱਚੋਂ ਹੁੰਕਾਰੇ ਮਾਰ ਰਿਹਾ ਸੀ, ਪਰ ਰਜਨੀ ਬਿਲਕੁਲ ਨਹੀਂ ਸੀ ਡਰ ਰਹੀ। ਪ੍ਰਿੰਸੀਪਲ ਸਾਹਿਬ, ਅਧਿਆਪਕ ਤੇ ਕੁਝ ਹੋਰ ਕਰਮਚਾਰੀ ਵੀ ਉੱਥੇ ਆ ਗਏ। ਚੌਕੀਦਾਰ ਨੇ ਆਖਿਆ, ਇਸ ਨੂੰ ਜਲਦੀ ਹੀ ਮਾਰ ਦਿਓ। ਇਹ ਗੱਲ ਸੁਣਦਿਆਂ ਸਾਰੀ ਹੀ ਰਜਨੀ ਬੋਲੀ, ਨਾ ਅੰਕਲ ਜੀ, ਇਸ ਨੂੰ ਨਾ ਮਾਰਨਾ ਪਲੀਜ਼। ਇਹ ਮੇਰੀ ਪਕੜ 'ਚੋਂ ਬਾਹਰ ਨਹੀਂ ਆ ਸਕਦਾ ਅਤੇ ਨਾ ਹੀ ਹੁਣ ਕਿਸੇ ਦਾ ਕੋਈ ਨੁਕਸਾਨ ਕਰ ਸਕਦਾ। ਇਸ ਨੂੰ ਚਿੜੀਆ ਘਰ ਵਾਲਿਆਂ ਨੂੰ ਦੇ ਦਿੱਤਾ ਜਾਵੇ ਤਾਂ ਬੜਾ ਚੰਗਾ ਹੋਵੇਗਾ। ਵਾਹ ਰਜਨੀ, ਤੂੰ ਤਾਂ ਸਿਆਣਿਆਂ ਵਾਲੀ ਗੱਲਾਂ ਕਰ ਰਹੀ ਹੈ, ਪ੍ਰਿੰਸੀਪਲ ਸਾਹਿਬ ਨੇ ਆਖਿਆ। ਪ੍ਰਾਣਨਾਥ ਨੇ ਰਜਨੀ ਕੋਲੋਂ ਬੜੀ ਸਾਵਧਾਨੀ ਨਾਲ ਬੈਗ ਫੜਿਆ ਅਤੇ ਫਿਰ ਉਸ ਬੈਗ ਦਾ ਮੂੰਹ ਕੁੱਟ ਕੇ ਰੱਸੀ ਦੇ ਨਾਲ ਬੰਦ ਕਰ ਦਿੱਤਾ। ਚਿੜੀਆ ਘਰ ਦੇ ਵੱਡੇ ਅਫਸਰ ਨੂੰ ਜਦੋਂ ਇਹ ਸਾਰੀ ਗੱਲ ਪਤਾ ਚੱਲੀ ਤਾਂ ਉਹ ਆਖਣ ਲੱਗਾ, ਮੈਂ ਤਾਂ ਇਹ ਜਾਣ ਕੇ ਹੈਰਾਨ ਹਾਂ ਕਿ ਇਸ ਸੱਪ ਨੂੰ ਅਜਿਹੀ ਬਹਾਦਰ ਕੁੜੀ ਨੇ ਕਾਬੂ ਕੀਤਾ ਹੈ ਜਿਹੜੀ ਕਿ ਖੁਦ ਪੋਲੀਓ ਦਾ ਸ਼ਿਕਾਰ ਹੈ। ਦੂਜੀ ਵੱਡੀ ਗੱਲ ਇਹ ਹੈ ਕਿ ਇਸ ਦੇ ਮਨ ਵਿੱਚ ਜੀਵ ਜੰਤੂਆਂ ਲਈ ਬੜਾ ਪਿਆਰ ਅਤੇ ਸਨੇਹ ਹੈ। ਉਹ ਇਹ ਵੀ ਜਾਣਦੀ ਹੈ ਕਿ ਸੱਪ ਸਾਡਾ ਦੁਸ਼ਮਣ ਨਹੀਂ, ਸਗੋਂ ਇਹ ਸਾਡਾ ਮਿੱਤਰ ਹੈ। ਉਹ ਸੱਪ ਹਮੇਸ਼ਾ ਕਿਸੇ ਵਿਅਕਤੀ ਨੂੰ ਉਦੋਂ ਹੀ ਡੰਗ ਮਾਰਦਾ ਜਦੋਂ ਉਸ ਨੂੰ ਖਤਰਾ ਮਹਿਸੂਸ ਹੋਵੇ। ਆਮ ਲੋਕਾਂ ਨੂੰ ਇਹ ਕੁਝ ਨਹੀਂ ਕਹਿੰਦਾ। ਪਤਾ ਨਹੀਂ ਕਿ ਇਸ ਦੇ ਜ਼ਹਿਰ ਤੋਂ ਕਈ ਲਾਭਦਾਇਕ ਦਵਾਈਆਂ ਵੀ ਬਣਦੀਆਂ ਨੇ। ਲੋਕਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ। ਸਕੂਲ ਦਾ ਸਾਲਾਨਾ ਸਮਾਰੋਹ ਹੋਇਆ। ਰਜਨੀ ਨੂੰ ਉਸ ਦੀ ਬਹਾਦਰੀ ਦਾ ਇਨਾਮ ਦੇਣ ਲਈ ਚਿੜੀਆ ਘਰ ਦੇ ਮੁੱਖ ਅਫਸਰ ਖੁਦ ਸਕੂਲ ਆਏ ਅਤੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਆਖਣ ਲੱਗੇ, ਇਹ ਬਹਾਦਰ ਲੜਕੀ ਸਾਡੇ ਸਾਰਿਆਂ ਵਾਸਤੇ ਇੱਕ ਮਿਸਾਲ ਹੈ ਜੋ ਆਪਣੀ ਸਰੀਰਕ ਅਪੰਗਤਾ ਦੇ ਬਾਵਜੂਦ ਵੀ ਕਿਸੇ ਨਾਲੋਂ ਘੱਟ ਨਹੀਂ। ਮੈਂ ਆਪਣੇ ਵੱਲੋਂ ਇਸ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਭੇਜਣ ਦੀ ਸਿਫਾਰਿਸ਼ ਕਰਾਂਗਾ ਕਿਉਂਕਿ ਇਸ ਨੇ ਆਪਣੀ ਹਾਜ਼ਰ ਦਿਮਾਗੀ ਦੇ ਨਾਲ ਨਾ ਕੇਵਲ ਆਪਣੇ ਜਮਾਤੀਆਂ ਨੂੰ ਖਤਰੇ ਤੋਂ ਬਚਾਇਆ, ਸਗੋਂ ਬੜੀ ਬਹਾਦਰੀ ਦੇ ਨਾਲ ਸੱਪ ਨੂੰ ਵੀ ਕਾਬੂ ਕਰਕੇ ਸਾਡੇ ਤੱਕ ਪਹੁੰਚਾਉਣ ਦੀ ਮਦਦ ਕੀਤੀ ਹੈ। ਇਨਾਮ ਲੈਣ ਉਪਰੰਤ ਜਦੋਂ ਰਜਨੀ ਆਪਣੀ ਸਹੇਲੀਆਂ ਨੂੰ ਮਿਲ ਰਹੀ ਸੀ ਤਾਂ ਕੁਝ ਸਹੇਲੀਆਂ ਕਹਿ ਰਹੀਆਂ ਸਨ, ਰਜਨੀ, ਜਿਹੜਾ ਕੰਮ ਅਸੀਂ ਨਹੀਂ ਕਰ ਸਕੀਆਂ ਉਹ ਤੂੰ ਇਕੱਲੀ ਨੇ ਕਰ ਦਿਖਾਇਆ। ਸਾਨੂੰ ਤੇਰੇ 'ਤੇ ਮਾਣ ਹੈ। ਰਜਨੀ ਬੋਲੀ, ਦ੍ਰਿੜ ਨਿਸ਼ਚਾ ਹੋਵੇ ਤਾਂ ਵੱਡੇ ਤੋਂ ਵੱਡਾ ਸੰਕਟ ਵੀ ਆਸਾਨੀ ਦੇ ਨਾਲ ਕਾਬੂ ਕੀਤਾ ਜਾ ਸਕਦਾ ਹੈ। ਰਜਨੀ ਨੇ ਵੇਖਿਆ ਉਸ ਦੇ ਕੁਝ ਜਮਾਤੀ ਤਾੜੀਆਂ ਵਜਾਉਂਦੇ ਹੋਏ ਆਖ ਰਹੇ ਸਨ, ਰਜਨੀ ਜਿੰਦਾਬਾਦ, ਰਜਨੀ ਜਿੰਦਾਬਾਦ। ਇੰਨੇ ਨੂੰ ਆਪਣੇ ਜਮਾਤੀਆਂ ਵਿੱਚ ਘਿਰੀ ਰਜਨੀ ਦੇ ਕੋਲ ਉਸ ਦੇ ਮੰਮੀ ਪਾਪਾ ਵੀ ਆਏ। ਉਹਨਾਂ ਨੇ ਰਜਨੀ ਨੂੰ ਗਲਵੱਕੜੀ ਵਿੱਚ ਲੈ ਲਿਆ। ਰਜਨੀ ਨੂੰ ਜਾਪਿਆ ਜਿਵੇਂ ਉਸ ਦੀਆਂ ਬੇਜਾਨ ਲੱਤਾਂ ਵਿੱਚ ਜਾਨ ਆ ਗਈ ਹੋਵੇ ਅਤੇ ਉਸ ਦੀ ਤਾਕਤ ਦੁੱਗਣੀ ਹੋ ਗਈ ਹੋਵੇ। ਤੋ ਬੱਚਿਓ, ਇਹ ਸੀ ਤੁਹਾਡੀ ਕਹਾਣੀ ਮੈਂ ਕਿਸੇ ਤੋਂ ਘੱਟ ਨਹੀਂ। ਤੋ ਬੱਚਿਓ, ਤੁਸੀਂ ਦੇਖ ਲਿਆ ਰਜਨੀ ਜਿਹੜੀ ਹੈ ਦੋਵੇਂ ਲੱਤਾਂ ਤੋਂ ਨਿਕਾਰਾ ਹੋਣ ਦੇ ਬਾਵਜੂਦ ਵੀ ਉਸਨੇ ਸੱਪ ਨੂੰ ਫੜ ਕੇ ਦਿਖਾਇਆ, ਜਿਹੜੇ ਕਿ ਸਾਰੇ ਬੱਚੇ ਠੀਕ ਠਾਕ ਹੋਣ ਦੇ ਬਾਵਜੂਦ ਵੀ ਉਹ ਉਸ ਕੰਮ ਨੂੰ ਨਹੀਂ ਕਰ ਸਕੇ। ਨਾ ਹੀ ਸਕੂਲ ਦਾ ਅਧਿਆਪਕ, ਪ੍ਰਿੰਸੀਪਲ, ਹੋਰ ਕਰਮਚਾਰੀ ਇਸ ਕੰਮ ਨੂੰ ਕਰ ਸਕੇ। ਰਜਨੀ ਜਿਹੜੀ ਹੈ ਉਸ ਦੇ ਮਨ ਦੇ ਵਿੱਚ ਦ੍ਰਿੜ ਨਿਸ਼ਚਾ ਸੀ। ਉਹ ਆਪਣੀ ਜਿਹੜੀ ਸਰੀਰਕ ਕਮਜ਼ੋਰੀ ਹੈ, ਅਪੰਗਤਾ ਹੈ, ਉਸ ਨੂੰ ਉਹ ਨਹੀਂ ਮੰਨਦੀ। ਉਹ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਮਹਿਸੂਸ ਕਰਦੀ ਅਤੇ ਉਸਨੇ ਬਹਾਦਰੀ ਵਾਲਾ ਕਾਰਨਾਮਾ ਕਰਕੇ ਦਿਖਾਇਆ। ਇਸ ਕਰਕੇ ਸਾਰਿਆਂ ਨੂੰ ਹੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ ਔਰ ਦੁਨੀਆ ਵਿੱਚ ਉਹ ਕੰਮ ਕਰਕੇ ਦਿਖਾਉਣੇ ਚਾਹੀਦੇ ਹਨ ਜਿਹੜੇ ਕੋਈ ਨਹੀਂ ਕਰ ਸਕਦਾ। ਧੰਨਵਾਦ ਬੱਚਿਓ।